ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਿਸ਼ਾਲ ਸ਼ਰਮਾ ਫਰੋਮ ਬ੍ਰਿਸਬੇਨ। ਜੇ ਤੁਸੀਂ ਵੀ ਆਸਟ੍ਰੇਲੀਆ ਵਿੱਚ ਆਪਣਾ ਰੈਸਟੋਰੈਂਟ ਸਟਾਰਟ ਕਰਨ ਬਾਰੇ ਸੋਚਦੇ ਪਏ ਆ ਜਾਂ ਆਲਰੇਡੀ ਸਟਾਰਟ ਕਰ ਲਿਆ ਤੇ ਬਿਜ਼ਨਸ ਨੂੰ ਗਰੋ ਕਿੱਦਾਂ ਕਰਨਾ, ਸੇਲਸ ਨੂੰ ਕਿੱਦਾਂ ਇਨਕਰੀਜ਼ ਕਰਨਾ, ਸਟਾਫ ਨੂੰ ਕਿੱਦਾਂ ਮੈਨੇਜ ਕਰਨਾ, ਮੈਨੂ ਕਿੱਦਾਂ ਪਲਾਨ ਕਰਨਾ, ਜਾਂ ਫਿਰ ਐਟ ਦਾ ਐਂਡ ਆਪਾਂ ਬਿਜ਼ਨਸ ਨੂੰ ਆਟੋਮੇਸ਼ਨ ਮੋਡ ਤੱਕ ਕਿੱਦਾਂ ਲੈ ਕੇ ਜਾਣਾ ਕਿ ਜੇ ਆਪਾਂ ਬਿਜ਼ਨਸ ਵਿੱਚ ਕੰਮ ਨਹੀਂ ਵੀ ਕਰਦੇ ਫਿਰ ਵੀ ਆਪਣਾ ਜਿਹੜਾ ਬਿਜ਼ਨਸ ਆ ਉਹ ਰੈਸਟੋਰੈਂਟ ਆਪਣਾ ਸਮੂਥਲੀ ਰਨ ਕਰੀ ਜਾਵੇ, ਜਾਂ ਫਿਰ ਉੱਥੇ ਬਹੁਤ ਜ਼ਿਆਦਾ ਕੰਪੀਟੀਸ਼ਨ ਆ, ਕੰਪੀਟੀਸ਼ਨ ਵਿੱਚ ਆਪਾਂ ਕਿੱਦਾਂ ਸਰਵਾਈਵ ਕਰ ਸਕਦੇ ਆ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਿੱਦਾਂ ਮੈਨੇਜ ਕਰਨਾ, ਇਹਨਾਂ ਨੂੰ ਲੈ ਕੇ ਮੈਂ ਇੱਕ ਆਨਲਾਈਨ ਟ੍ਰੇਨਿੰਗ ਸੈਸ਼ਨ ਸਟਾਰਟ ਕੀਤਾ। ਸੋ ਜੇ ਤੁਹਾਨੂੰ ਵੀ ਲੋੜ ਹੋਵੇ ਉਸ ਚੀਜ਼ ਨੂੰ ਲੈ ਕੇ ਬਿਜ਼ਨਸ ਨੂੰ ਕਿੱਦਾਂ ਆਪਾਂ ਗਰੋ ਕਰਨਾ, ਸਪੈਸ਼ਲੀ ਰੈਸਟੋਰੈਂਟ ਨੂੰ, ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਬਿਕੋਜ਼ ਆਪਾਂ ਰੈਸਟੋਰੈਂਟ ਓਪਨ ਤਾਂ ਕਰ ਲੈਂਦੇ ਆ, ਓਪਨ ਕਰਨਾ ਬਹੁਤ ਈਜ਼ੀ ਹੁੰਦਾ ਬਟ ਰੈਸਟੋਰੈਂਟ ਨੂੰ ਮੈਨੇਜ ਕਰਨਾ ਬਹੁਤ ਹਾਰਡ ਹੁੰਦਾ। ਲਾਈਕ ਕਿਚਨ ਸਟਾਫ ਨੂੰ ਵੀ ਮੈਨੇਜ ਕਰਨਾ ਹੁੰਦਾ ਕਿ ਆਪਣਾ ਜਿਹੜਾ ਫੂਡ ਆ ਉਹਦੀ ਵੀ ਪ੍ਰੋਪਰ ਕੁਆਲਿਟੀ ਰਵੇ, ਤੇ ਪਲੱਸ ਜਿਹੜਾ ਫਰੰਟ ਸਟਾਫ ਆ ਉਹਨਾਂ ਨੂੰ ਵੀ ਮੈਨੇਜ ਕਰਨਾ ਹੁੰਦਾ ਕਿ ਜਿਹੜੀ ਆਪਣੀ ਸਰਵਿਸ ਵਗੈਰਾ ਕਸਟਮਰ ਨੂੰ ਆਪਾਂ ਪ੍ਰੋਵਾਈਡ ਕਰਨੀ ਆ। ਸੋ ਇਹ ਦੋਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਰੂਰੀ ਆ, ਫੂਡ ਵੀ ਤੇ ਫੂਡ ਦੀ ਕੁਆਲਿਟੀ ਐਂਡ ਜਿਹੜੀ ਆਪਣੀ ਸਰਵਿਸ ਆ ਇਹ ਬਹੁਤ ਆਪਾਂ ਨੂੰ ਜ਼ਰੂਰੀ ਆ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਮੈਨੇਜ ਕਰਨਾ ਬਹੁਤ ਇੰਪੋਰਟੈਂਟ ਹੁੰਦਾ। ਤੇ ਜਦੋਂ ਆਪਾਂ ਓਪਨ ਕਰਦੇ ਆਪਾਂ ਨੂੰ ਲੱਗਦਾ ਕਿ ਜਸਟ ਆਪਾਂ ਡਿਸਕਾਊਂਟ ਦੇ ਕੇ ਆਪਣੇ ਕੋਲ ਕਸਟਮਰ ਆਉਣ ਲੱਗ ਜਾਣਗੇ, ਬਟ ਇੱਕ ਲਾਈਕ ਬਿਜ਼ਨਸ ਦਾ ਇਹ ਸੱਚ ਆ ਕਿ ਕਦੇ ਵੀ ਡਿਸਕਾਊਂਟ ਦੇ ਕੇ ਕਦੀ ਕੋਈ ਬਿਜ਼ਨਸ ਨਹੀਂ ਚੱਲਦਾ। ਸੋ ਉਹਦਾ ਐਂਡ ਵਿੱਚ ਕੀ ਹੋਣਾ ਕਿ ਜਿਹੜੇ ਆਪਣੇ ਐਕਸਪੈਂਸਿਸ ਆ ਉਹ ਜ਼ਿਆਦਾ ਹੋ ਜਾਣੇ ਆ, ਜਿਹੜੀ ਆਪਣਾ ਨੂੰ ਪ੍ਰੋਫਿਟ ਹੋਣਾ ਉਹ ਆਪਣਾ ਘਟ ਜਾਣਾ, ਤੇ ਐਟ ਦਾ ਐਂਡ ਕੀ ਹੁੰਦਾ ਫਿਰ ਉਹ ਰੈਸਟੋਰੈਂਟ ਨੂੰ ਆਪਾਂ ਨੂੰ ਕਲੋਜ਼ ਕਰਨਾ ਪੈਂਦਾ। ਤੇ ਉੱਥੇ ਕੀ ਹੁੰਦਾ, ਇੰਨਾ ਹਾਰਡ ਵਰਕ ਕਰਕੇ ਜਿਹੜੀ ਆਪਾਂ ਇਨਵੈਸਟਮੈਂਟ ਕੀਤੀ ਹੁੰਦੀ ਆ ਉਹ ਸਾਰੀ ਆਪਣੀ ਵੇਸਟ ਹੋ ਜਾਂਦੀ ਆ ਜਸਟ ਬਿਕੋਜ਼ ਆਫ ਲੈਕ ਆਫ ਨੌਲੇਜ ਕਰਕੇ। ਸੋ ਇਸ ਚੀਜ਼ ਲਈ ਜੇ ਤੁਸੀਂ ਕੋਈ ਵੀ ਬਿਜ਼ਨਸ ਓਪਨ ਕਰਦੇ ਆ ਤੁਹਾਨੂੰ ਪ੍ਰੋਪਰ ਬਿਜ਼ਨਸ ਬਾਰੇ ਇਨਫੋਰਮੇਸ਼ਨ ਹੋਣੀ ਚਾਹੀਦੀ ਆ, ਕਿਉਂਕਿ ਇਹ ਚੀਜ਼ ਮੈਂ ਨਹੀਂ ਕਹਿ ਰਿਹਾ, ਇੱਕ ਰਿਸਰਚ ਹੋਈ ਆ ਜਿਹਦੇ ਵਿੱਚ ਪਤਾ ਲੱਗਿਆ ਕਿ 60% ਜਿਹੜੇ ਬਿਜ਼ਨਸ ਆ ਉਹ ਵਿਦਿਨ 1 ਈਅਰ ਵਿੱਚ ਹੀ ਕਲੋਜ਼ ਹੋ ਜਾਂਦੇ ਆ, ਤੇ ਵਿਦਿਨ 5 ਇਅਰਸ 80% ਬਿਜ਼ਨਸ ਜਿਹੜੇ ਕਲੋਜ਼ ਹੋ ਜਾਂਦੇ ਆ। ਸੋ ਉਹਦੇ ਬਹੁਤ ਸਾਰੇ ਰੀਜ਼ਨਸ ਆ। ਕਈ ਵਾਰੀ ਆਪਣੇ ਕੋਲ ਇਨਫ ਫੰਡ ਨਹੀਂ ਹੁੰਦਾ, ਇਨਵੈਸਟਮੈਂਟ ਜਦੋਂ ਕਰਦੇ ਆ ਆਪਾਂ ਸਾਰੇ ਪੈਸੇ ਲਾ ਦਿੰਦੇ ਆ। ਸੋ ਇਹ ਕਾਫੀ ਚੀਜ਼ਾਂ ਹੁੰਦੀਆਂ ਕਿ ਬਿਜ਼ਨਸ ਪਹਿਲੇ ਸਾਲ ਵਿੱਚ ਇੰਨਾ ਗਰੋ ਨਹੀਂ ਕਰਦਾ, ਤੇ ਪੇਆਂ ਵਗੈਰਾ ਵੀ ਕੱਢਣੀਆਂ ਆਪਣੇ ਕੋਲੋਂ ਦੇਣੀਆਂ ਪੈਂਦੀਆਂ। ਸੋ ਇਹ ਕਾਫੀ ਹਾਰਡ ਹੋ ਜਾਂਦਾ, ਸਪੈਸ਼ਲੀ ਜੇ ਆਪਾਂ ਬਿਜ਼ਨਸ ਵਿੱਚ ਨਵੇਂ ਆ। ਸੋ ਇਹਨਾਂ ਚੀਜ਼ਾਂ ਨੂੰ ਇੱਕ ਵਾਰੀ ਰਿਸਰਚ ਬਹੁਤ ਜ਼ਰੂਰ ਕਰਨੀ ਚਾਹੀਦੀ ਆ। ਸੋ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਤੋਂ ਟ੍ਰੇਨਿੰਗ ਸੈਸ਼ਨ ਲਓ, ਜੇ ਤੁਹਾਡੇ ਕੋਲ ਕੋਈ ਤੁਹਾਨੂੰ ਓਨਰ ਆ ਤੁਹਾਡੇ ਜਾਂ ਕੋਈ ਤੁਹਾਡਾ ਬਿਜ਼ਨਸ ਕੋਚ ਆ ਉਹ ਹੈਲਪ ਕਰਦਾ ਇਹਨਾਂ ਚੀਜ਼ਾਂ ਦੇ ਵਿੱਚ, ਤੇ ਜ਼ਰੂਰ ਉਹਨਾਂ ਦੀ ਗੱਲ ਸੁਣ ਕੇ ਪ੍ਰੋਪਰ ਪਲੈਨਿੰਗ ਕਰਕੇ ਫੇਰ ਹੀ ਕੋਈ ਬਿਜ਼ਨਸ ਓਪਨ ਕਰਿਓ। ਜੇ ਤੁਹਾਡੇ ਕੋਲ ਕੋਈ ਹੈ ਨਹੀਂਗਾ ਇੱਦਾਂ ਦਾ ਜਿਹੜੇ ਤੁਹਾਡਾ ਬਿਜ਼ਨਸ ਵਿੱਚ ਹੈਲਪ ਕਰ ਸਕੇ ਤੇ ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਆ, ਤੇ ਮੈਂ ਤੁਹਾਨੂੰ ਆਨਲਾਈਨ ਟ੍ਰੇਨਿੰਗ ਸੈਸ਼ਨ ਜਸਟ ਫॉर 1 ਆਵਰ ਔਰ 2 ਆਵਰਸ ਦਾ ਟ੍ਰੇਨਿੰਗ ਸੈਸ਼ਨ ਦੇ ਕੇ ਸੋ ਜਿਹੜੀਆਂ ਸਾਰੀਆਂ ਚੀਜ਼ਾਂ ਬਿਜ਼ਨਸ ਦੇ ਰਿਲੇਟਡ ਆ, ਕਿਚਨ ਦੇ ਰਿਲੇਟਡ ਆ, ਮੈਨੂ ਪਲਾਨ ਆਪਾਂ ਕਿੱਦਾਂ ਕਰਨਾ, ਡਾਈਟਰੀ ਰਿਕੁਆਇਰਮੈਂਟਸ ਨੂੰ ਆਪਾਂ ਕਿੱਦਾਂ ਐਡ ਕਰ ਸਕਦੇ ਆ, ਜੇ ਤੁਹਾਨੂੰ ਇਹਦੇ ਬਾਰੇ ਪ੍ਰੋਪਰ ਨੌਲੇਜ ਨਹੀਂ ਗੀ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਸਕਿੱਲ ਅਸੈਸਮੈਂਟ ਜੌਬ ਰੈਡੀ ਪ੍ਰੋਗਰਾਮ ਐਜ਼ ਅ ਸ਼ੈਫ ਦਾ ਜਿਹੜਾ ਟੈਸਟ ਹੁੰਦਾ ਉਹਦੇ ਰਿਗਾਰਡਿੰਗ ਜਿਹੜਾ ਟ੍ਰੇਨਿੰਗ ਸੈਸ਼ਨ ਆ ਉਹ ਮੈਂ ਆਲਰੇਡੀ ਟ੍ਰੇਨਿੰਗ ਸੈਸ਼ਨ ਆਪਣਾ ਪ੍ਰੋਵਾਈਡ ਕਰਦਾ ਪਿਆ। ਬਟ ਹੁਣ ਨਾਲ ਜੇ ਤੁਸੀਂ ਬਿਜ਼ਨਸ ਵਿੱਚ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਦੀ ਲੋੜ ਹੋਵੇ, ਕੋਈ ਟ੍ਰੇਨਿੰਗ ਸੈਸ਼ਨ ਲੈਣਾ, ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਤੇ ਜੋ ਵੀ ਮੈਂ ਅੱਜ ਤੱਕ ਇਨਫੋਰਮੇਸ਼ਨ ਗੇਨ ਕੀਤੀ ਆ ਬਿਜ਼ਨਸ ਦੇ ਰਿਗਾਰਡਿੰਗ, ਜੇਮਸ ਕੁੱਕ ਯੂਨੀਵਰਸਿਟੀ ਤੋਂ, ਟੋਰੈਂਸ ਯੂਨੀਵਰਸਿਟੀ ਬ੍ਰਿਸਬੇਨ ਆਸਟ੍ਰੇਲੀਆ ਤੋਂ, ਜੇ ਮੈਂ ਡਿਗਰੀ ਕੰਪਲੀਟ ਕੀਤੀ ਆ ਬਿਜ਼ਨਸ ਦੀ। ਸੋ ਉੱਥੋਂ ਜੋ ਵੀ ਚੀਜ਼ਾਂ ਮੈਂ ਲਰਨ ਕੀਤੀਆਂ ਉਹ ਸਾਰੀਆਂ ਚੀਜ਼ਾਂ ਪਲੱਸ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਜਾਂ ਜੋ ਵੀ ਮੈਂ ਬੁੱਕਸ ਵਗੈਰਾ ਰੀਡ ਕਰਦਾ ਰਹਿਣਾ ਬਿਜ਼ਨਸ ਦੇ ਰਿਲੇਟਡ, ਸੋ ਉਹ ਸਾਰੀਆਂ ਚੀਜ਼ਾਂ ਨੂੰ ਕੰਬਾਈਨ ਕਰਕੇ ਸੋ ਤੁਹਾਨੂੰ ਪ੍ਰੋਪਰ ਕੋਈ ਬਿਜ਼ਨਸ ਦੀ ਡਿਗਰੀ ਜਾਂ ਡਿਪਲੋਮਾ ਕਰਨ ਦੀ ਲੋੜ ਨਹੀਂ, ਜਾਂ ਕਿਤੋਂ ਇਹ ਚੀਜ਼ਾਂ ਟਾਈਮ ਆਪਣਾ ਲਗਾ ਕੇ ਸਿੱਖਣ ਦੀ ਲੋੜ ਨਹੀਂ। ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਜਸਟ ਵਿਦਿਨ 1 ਔਰ 2 ਆਵਰਸ ਦੇ ਵਿੱਚ ਪ੍ਰੋਵਾਈਡ ਕਰ ਦੇਣੀਆਂ। ਬਿਜ਼ਨਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਲਾਈਕ ਆਪਾਂ ਜੇ ਰੈਸਟੋਰੈਂਟ ਓਪਨ ਕਰਦੇ ਆ ਤੇ ਉਹ ਕਾਫੀ ਹਾਰਡ ਹੁੰਦਾ। ਲਾਈਕ ਸਟਾਰਟਿੰਗ ਵਿੱਚ ਆਪਾਂ ਕਿੱਦਾਂ ਕਸਟਮਰਸ ਨੂੰ ਲੈ ਕੇ ਕਿੱਦਾਂ ਆਉਣਾ, ਕਸਟਮਰਸ ਨੂੰ ਲੋਇਲ ਕਿੱਦਾਂ ਕਰਨਾ, ਅੱਗੇ ਕਸਟਮਰਸ ਹੋਰ ਆਪਣੇ ਫੈਮਿਲੀ ਐਂਡ ਫਰੈਂਡਸ ਨੂੰ ਉੱਥੇ ਲੈ ਕੇ ਆਵੇ। ਸੋ ਇਹ ਚੀਜ਼ਾਂ ਲਰਨ ਕਰਨੀਆਂ ਬਹੁਤ ਜ਼ਰੂਰੀ ਆ। ਤੇ ਬਾਅਦ ਵਿੱਚ ਜੇ ਆਪਣਾ ਰੈਸਟੋਰੈਂਟ ਉਸ ਪੁਆਇੰਟ ਤੱਕ ਚਲੇ ਜਾਂਦਾ, ਉਸ ਲੈਵਲ ਤੱਕ ਪਹੁੰਚ ਜਾਂਦੇ ਆਪਾਂ, ਫਿਰ ਅੱਗੇ ਹੁੰਦਾ ਕਿ ਆਪਾਂ ਆਪਣੀ ਜਿਹੜੀ ਅਵੇਲੇਬਿਲਿਟੀ ਆ ਉਹ ਬਹੁਤ ਜ਼ਿਆਦਾ ਰੱਖਦੇ ਉੱਥੇ। ਤੁਸੀਂ ਵੀ ਦੇਖਿਆ ਹੋਣਾ ਕਿ ਜਿਨ੍ਹਾਂ ਦੇ ਰੈਸਟੋਰੈਂਟ ਆ ਤੇ ਉਹਨਾਂ ਨੂੰ ਕਈ ਵਾਰ 7 ਡੇਜ਼ ਉੱਥੇ ਜੌਬ ਕਰਨੀ ਪੈਂਦੀ ਆ। ਕਦੀ ਕੋਈ ਸ਼ੈਫ ਲੀਵ ਕਰ ਗਿਆ, ਕੋਈ ਸਟਾਫ ਚਲੇ ਗਿਆ, ਕਿਸੇ ਨੇ ਲਾਈਕ ਡੇ ਆਫ ਲੈ ਲਿਆ। ਬਿਜ਼ਨਸ ਆਪਾਂ ਓਪਨ ਤਾਂ ਕਰਦੇ ਆ ਕਿ ਚਲੋ ਆਪਾਂ ਕੋਲ ਇਨਫ ਟਾਈਮ ਹੋਵੇ ਆਪਣੀ ਫੈਮਿਲੀ ਲਈ, ਆਪਣੀ ਫਰੈਂਡਸ ਲਈ, ਜਾਂ ਜੋ ਵੀ ਆਪਾਂ ਚੀਜ਼ ਕਰਨੀ ਚਾਹੁੰਦੇ ਹਾਂ, ਜੋ ਵੀ ਆਪਾਂ ਨੂੰ ਵਧੀਆ ਲੱਗਦਾ ਘੁੰਮਣਾ ਫਿਰਨਾ, ਆਪਾਂ ਆਪਣੇ ਆਪ ਲਈ ਟਾਈਮ ਨੂੰ ਬਚਾਈਏ। ਬਟ ਹੁੰਦਾ ਕੀ ਆ ਕਿ ਜਦੋਂ ਆਪਾਂ ਬਿਜ਼ਨਸ ਵਿੱਚ ਪੈ ਜਾਂਦੇ ਆ ਤੇ ਆਪਾਂ ਉਸ ਚੀਜ਼ ਵਿੱਚ ਇੰਨਾ ਕਿ ਇਨਵੋਲਵ ਹੋ ਜਾਂਦੇ ਆ
ਕਿ 7 ਡੇਜ਼ ਕੰਮ ਕਰਨਾ, 15 16 ਘੰਟੇ ਜਿਹੜੇ ਬਿਜ਼ਨਸ ਓਨਰਸ ਆ ਉਹਨਾਂ ਨੂੰ ਕਈ ਵਾਰੀ ਕੰਮ ਕਰਨਾ ਪੈ ਜਾਂਦਾ। ਸੋ ਉਸ ਚੀਜ਼ ਨੂੰ ਲੈ ਕੇ ਬਹੁਤ ਹਾਰਡ ਹੋ ਜਾਂਦਾ ਉਹ ਟਾਈਮ ਤੇ ਕਿ ਆਪਣੀ ਫੈਮਿਲੀ ਨੂੰ ਵੀ ਟਾਈਮ ਉਹਨਾਂ ਤੋਂ ਇੰਨਾ ਕੁ ਟਾਈਮ ਨਹੀਂ ਹੁੰਦਾ ਕਿ ਆਪਣੀ ਫੈਮਿਲੀ ਨੂੰ ਵੀ ਉਹ ਟਾਈਮ ਦੇ ਸਕਣ। ਸੋ ਇਸ ਚੀਜ਼ਾਂ ਨੂੰ ਬਿਜ਼ਨਸ ਨੂੰ ਆਟੋਮੇਸ਼ਨ ਮੋਡ ਤੇ ਵੀ ਪਾਉਣਾ ਬਹੁਤ ਜ਼ਰੂਰੀ ਆ। ਜੇ ਆਪਾਂ ਨੂੰ ਬਿਜ਼ਨਸ ਬਾਰੇ ਪ੍ਰੋਪਰ ਨੌਲੇਜ ਹੋਊਗੀ ਤੇ ਫੇਰ ਹੀ ਆਪਾਂ ਆਹ ਚੀਜ਼ ਕਰ ਸਕਦੇ ਆ, ਨਹੀਂ ਤਾਂ ਜੌਬ ਨਾਲੋਂ ਵੀ ਆਪਾਂ ਨੂੰ ਜ਼ਿਆਦਾ ਕੰਮ ਕਰਨਾ ਪੈ ਜਾਂਦਾ ਆਪਣੇ ਬਿਜ਼ਨਸ ਦੇ ਵਿੱਚ। ਜੇ ਤੁਸੀਂ ਵੀ ਇਨ ਫਿਊਚਰ ਵਿੱਚ ਜਾਂ ਹੁਣ ਕੋਈ ਬਿਜ਼ਨਸ ਸਟਾਰਟ ਕਰਨ ਲੱਗੇ ਆ, ਸੋ ਇਹ ਪਲੈਨਿੰਗ ਜ਼ਰੂਰ ਕਰ ਲਿਓ। ਤੇ ਬਾਕੀ ਹੋਰ ਕੋਈ ਵੀ ਬਿਜ਼ਨਸ ਦੇ ਰਿਗਾਰਡਿੰਗ, ਰੈਸਟੋਰੈਂਟ ਦੇ ਰਿਗਾਰਡਿੰਗ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੇ ਨੰਬਰ ਮੈਂ ਆਪਣਾ ਆਲਰੇਡੀ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕੀਤਾ ਹੋਇਆ ਜੀ। ਯੂ ਕੈਨ ਕੰਟੈਕਟ ਮੀ ਐਨੀ ਟਾਈਮ। ਥੈਂਕ ਯੂ ਸੋ ਮਚ। ਵਿਸ਼ਾਲ ਸ਼ਰਮਾ ਫਰੋਮ ਬ੍ਰਿਸਬੇਨ।